ਦੋਸਤੋ ਅਮਰੀਕਾ ਦੀ ਫੈਮਿਲੀ ਕੈਟੇਗਰੀ ਦੇ ਵਿੱਚ ਇੱਕ ਐਸਾ ਜ਼ਬਰਦਸਤ ਵੀਜ਼ਾ ਹੈ ਜਿਹਦੇ ਵਿੱਚ ਟਾਈਮ ਵੀ ਘੱਟ ਲੱਗਦਾ ਹੈ, ਡਾਕੂਮੈਂਟਸ ਵੀ ਘੱਟ ਲੱਗਦੇ ਨੇ ਔਰ ਜਿਹੜਾ ਪਟੀਸ਼ਨਰ ਹੈ ਔਰ ਜਿਹੜਾ ਬੈਨੀਫਿਸ਼ਰੀ ਹੈ ਦੋਵੇਂ ਮਹਿਫੂਜ਼ ਰਹਿੰਦੇ ਨੇ, ਸੇਫ ਰਹਿੰਦੇ ਨੇ। ਉਹ ਵੀਜ਼ਾ ਕਿਹੜਾ ਹੈ, ਉਹਨੂੰ ਕਿੰਜ ਅਪਲਾਈ ਕਰਨਾ ਹੈ, ਕੌਣ ਉਹਦੇ ਵਾਸਤੇ ਕੁਆਲੀਫਾਈ ਕਰਦਾ ਹੈ, ਕਿਹੜੇ ਡਾਕੂਮੈਂਟਸ ਲੱਗਣੇ ਨੇ, ਇੰਟਰਵਿਊ 'ਚ ਕੀ ਸਵਾਲ ਹੋਣਗੇ ਔਰ ਇੰਟਰਵਿਊ ਤੋਂ ਬਾਅਦ ਕੀ ਪ੍ਰੋਸੈਸ ਹੋਏਗਾ, ਇਹ ਸਾਰਾ ਕੁਝ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਣਾ ਹੈ। ਪਲੀਜ਼ ਚੈਨਲ ਨੂੰ ਫਾਲੋ ਕਰ ਲਓ, ਮੇਰਾ ਪੰਜਾਬੀ ਚੈਨਲ ਹੈ, ਔਰ ਨਾਲ ਕੋਈ ਕਮੈਂਟਸ ਲਾਈਕ ਸ਼ੇਅਰ ਛੱਡ ਦਿਆ ਕਰੋ। दोस्तों सब तो बेस्ट और मेरा फेवरेट वीज़ा है फियांसे वीज़ा, मंगेतर वीज़ा। बहुत ही ज़बरदस्त वीज़ा है। ਇਹਦੀਆਂ ਹੁਣ ਤੁਸੀਂ ਪਹਿਲੇ ਸ਼ਰਤਾਂ ਦੇਖ ਲਓ ਕੀ ਨੇ। ਪਹਿਲੀ ਸ਼ਰਤ ਇਹਦੀ ਹੈ ਵੇ ਕਿ ਸਿਰਫ ਸਿਟੀਜ਼ਨ ਅਪਲਾਈ ਕਰ ਸਕਦਾ, ਗ੍ਰੀਨ ਕਾਰਡ ਹੋਲਡਰ ਇਹਨੂੰ ਅਪਲਾਈ ਨਹੀਂ ਕਰ ਸਕਦਾ। ਦੂਸਰੀ ਸ਼ਰਤ ਯਾਦ ਰੱਖਣਾ ਕਿ ਦੋਵਾਂ ਮੰਗੇਤਰਾਂ ਦਾ ਫਿਜ਼ੀਕਲੀ ਇੱਕ ਮੌਕੇ ਤੇ, ਇੱਕ ਜਗ੍ਹਾ ਤੇ, ਇੱਕ ਮੁਲਕ 'ਚ, ਇੱਕ ਸ਼ਹਿਰ 'ਚ ਮੌਜੂਦ ਹੋਣਾ ਜ਼ਰੂਰੀ ਹੈ। ऑनलाइन नहीं होना कि ऑनलाइन मंगनी हो गई जी, डॉक्यूमेंट जमा कराते, नो। जिस तरह स्पाउस वीज़ा ऑनलाइन नहीं होता, इस तरह यह भी ऑनलाइन नहीं होता। दोवां दा मिलना जरूरी है, फंक्शन होवे जो भी होवे उहदे सबूत होने चाहिए ने। यह दो बुनियादी गल्लां जी, अगर यह दो नहीं हैगियां या दोवां च एक भी नहीं हैगी तो यह वीज़ा तुसीं अप्लाई नहीं कर सकते, करोगे भी तो रिफ्यूज़ हो जाएगा। आ जाओ जी हुण अगला काम। हुण तुहाडी मंगनी हो गई, सब कुछ हो गया, दोवें शर्तां तुहाडे च मौजूद सन, तुसीं आल गुड हो। हुण तुसीं मंगनी करके आए और तुसीं आके फार्म फिल करना एक, और ਉਹਦਾ ਨੰਬਰ ਹੈ 129F K1 ਵੀਜ਼ਾ ਇਹਨੂੰ ਕਹਿੰਦੇ ਨੇ, ਫਿਆਂਸੇ ਵੀਜ਼ਾ ਇਹਨੂੰ ਕਹਿੰਦੇ ਨੇ। ਉਹਦਾ ਇੱਕੋ ਹੀ ਫਾਰਮ ਹੈ, ਉਹ ਤੁਸੀਂ ਫਿਲ ਕਰਕੇ ਫੀਸ ਜਮ੍ਹਾਂ ਕਰਵਾਉਣੀ। ਉਹਦੇ ਨਾਲ ਜਿਹੜੇ ਇੰਪੋਰਟੈਂਟ ਡਾਕੂਮੈਂਟਸ ਨੇ ਮੈਂ ਸਿਰਫ ਉਹ ਦੱਸਾਂਗਾ। ਬਰਥ ਸਰਟੀਫਿਕੇਟ, ਜਿਹੜੀ ਮੰਗੇਤਰ ਲੜਕਾ ਜਾਂ ਲੜਕੀ ਆ ਰਹੇ ਤੁਹਾਡੇ ਮੁਲਕੋਂ ਉਹਨਾਂ ਦਾ, ਤੇ ਤੁਹਾਡਾ ਵੀ ਨਾਲ ਤੁਹਾਡੀ ਸਿਟੀਜ਼ਨਸ਼ਿਪ ਦੇ ਡਾਕੂਮੈਂਟਸ, ਨਾਲ ਤੁਹਾਡਾ ਇੱਥੋਂ ਦੀ ਰੈਜ਼ੀਡੈਂਟ ਦਾ ਸਬੂਤ, ਪਲੱਸ ਤਸਵੀਰਾਂ ਤੁਹਾਡੀ ਟਰੈਵਲ ਦਾ ਸਬੂਤ ਕਿ ਤੁਸੀਂ ਟਰੈਵਲ ਕਰਕੇ ਉੱਥੇ ਗਏ, और जो तुहाडा फंक्शन होया ਉਹਦਾ सबूत। यानी कि इस किस्म के जिन्ने भी सबूत तुहाडे ट्रैवल के, मुलाकात के, आपस की कन्वर्जेशन के, ऑनलाइन तुसीं गल्लां कीतियां ने, फोन ते कीतियां, जो भी, वो सारा रिकॉर्ड नाल ला के तुसीं जमा करा देना है। हुण देखो इहदी अप्रूवल दूजियां दी निस्बत तेज़ है, लेकिन डेट टाइम नहीं दस सकदा। अंदाजन 6 महीने तो 1 साल च अप्रूवल आ जाएगी। ज़्यादा भी लग सकते हैं, घट भी लग सकते हैं। एक गल तो स्टिक ना करना, क्योंकि अजकल एक्सट्रा वैटिंग हो रही है, टाइम कोई भी तुहानूं नहीं दस सकता। ਇਹਦੀ ਅਪਰੂਵਲ ਆਣੀ ਹੈ, ਅਪਰੂਵ ਹੋ ਕੇ ਵੀਜ਼ਾ ਆ ਗਿਆ, ਇਹਦੀ ਪਟੀਸ਼ਨ ਆ ਗਈ। ਉਸ ਤੋਂ ਬਾਅਦ ਆ ਜਾਏਗਾ ਨੈਸ਼ਨਲ ਵੀਜ਼ਾ ਸੈਂਟਰ 'ਚ, NVC 'ਚ। ਮਗਰ ਉੱਥੇ ਇੱਕ ਚੇਂਜ ਹੈਗੀ ਹੈ, ਸਾਰੇ ਫੈਮਿਲੀ ਕੈਟੇਗਰੀ ਦੇ ਵੀਜ਼ੇ NVC 'ਚ ਜਾ ਕੇ ਫਿਰ ਤੁਹਾਡੇ ਕੋਲ ਮਜ਼ੀਦ ਡਾਕੂਮੈਂਟਸ ਮੰਗਦੇ ਨੇ, ਫਾਰਮ ਫਿਲ ਕਰਾਉਂਦੇ। ਇਹਦੇ 'ਚ ਕੁਛ ਨਹੀਂ ਹੋਣਾ। NVC 'ਚ ਜਾਏਗਾ, ਈਮੇਲ ਆਏਗੀ, ਉਸ ਤੋਂ ਬਾਅਦ ਸਿੱਧਾ ਚਲਾ ਜਾਏਗਾ ਐਮਬੈਸੀ ਦੇ ਵਿੱਚ। ਐਮਬੈਸੀ 'ਚੋਂ ਤੁਹਾਨੂੰ ਦੱਸਿਆ ਜਾਏਗਾ ਤੁਸੀਂ ਹੁਣ ਉਹਦੇ 'ਚ ਕੀ ਕਰਨਾ ਹੈ ਕਿ ਆਪਣਾ DS 160 ऑनलाइन अप्लाई करना है, यानी कि फिल करके ਉਹਦੇ ਸਕੈਜੂਅਲ ਦੇ ਮੁਤਾਬਕ ਜੋ ਤੁਹਾਨੂੰ ਅਵੇਲੇਬਲ ਹੈ ਉਹਦੇ ਮੁਤਾਬਕ ਤੁਸੀਂ ਆਪਣੀ ਇੰਟਰਵਿਊ ਡੇਟ ਰੱਖਣੀ ਹੈ। ਔਰ ਨਾਲ ਤੁਸੀਂ ਉੱਥੇ ਹੀ ਤੁਸੀਂ ਫਿਰ ਫੀਸ ਜਮ੍ਹਾਂ ਕਰਵਾਓਗੇ। ਔਰ ਨਾਲ ਤੁਸੀਂ ਕੀ ਕਰਨਾ ਹੈ ਕਿ ਆਪਣੇ ਐਕਸਟਰਾ ਜਿਹੜੇ ਡਾਕੂਮੈਂਟਸ ਨੇ ਉਹਨਾਂ 'ਚ ਪੁਲਿਸ ਕਰੈਕਟਰ ਸਰਟੀਫਿਕੇਟ ਔਰ ਮੈਡੀਕਲ ਅਥੋਰਾਈਜ਼ਡ ਬੰਦੇ ਕੋਲੋਂ, ਜਿਹੜਾ ਡਾਕਟਰ ਅਥੋਰਾਈਜ਼ ਜਾਂ ਤੁਹਾਡੇ ਸ਼ਹਿਰ 'ਚ ਕਰਦੇ ਨੇ, ਜਿਹੜੀ ਵੀ ਕੰਪਨੀ, ਜਿਹੜਾ ਹਸਪਤਾਲ, ਉਹ 'ਚੋਂ ਮੈਡੀਕਲ ਕਰਵਾਉਣਾ। ਇਹ ਦੋ ਐਕਸਟਰਾ ਚੀਜ਼ਾਂ ਨੇ। ਬਾਕੀ ਉਹ ਸਾਰੇ ਡਾਕੂਮੈਂਟ ਜਿਹੜੇ ਤੁਸੀਂ ਨਾਲ ਭੇਜੇ ਸਨ 129F ਦੇ, ਉਹ ਸਾਰੇ ਨਾਲ ਲੈਣੇ ਨੇ। ਅਸਲ ਹੋਣ ਤੇ ਸਭ ਤੋਂ ਬੈਸਟ ਹੈ ਇਹ ਸਾਰੇ ਡਾਕੂਮੈਂਟਸ ਲੈ ਕੇ ਜਿਹੜੀ ਤੁਹਾਡੀ ਇੰਟਰਵਿਊ ਦੀ ਡੇਟ ਤੁਹਾਡੀ ਸਿਲੈਕਟ ਹੋਈ ਹੈ, ਉਸ ਇੰਟਰਵਿਊ ਤੇ ਤੁਸੀਂ ਚਲੇ ਜਾਣਾ। ਹੁਣ ਇੰਟਰਵਿਊ ਦੇ ਵਿੱਚ ਜਿਹੜੇ ਸਵਾਲ ਹੋਣੇ ਨੇ, ਜਨਰਲ ਸਵਾਲ ਜ਼ਿਆਦਾ ਹੋਣਗੇ, ਲੇਕਿਨ ਜਿਹੜੇ ਇੰਪੋਰਟੈਂਟ ਸਵਾਲ ਨੇ ਉਹ ਮੈਂ ਤੁਹਾਨੂੰ ਦੱਸਦਾ। पहला सवाल है कि तुसी मिले किस ना। अगर तुसी ऑनलाइन मिले हो, फैमिली के थ्रू मिले हो, फ्रेंड हो, जो भी हो, वो पूरी डिटेल उन्हें तुहाडे कोल पुछनी चाहिए। ਉਹਦੇ सबूत नाल होने चाहिए ने, और सबूत तुहाडे कोल मजीद मंग भी सकते हैं। यह सब तो इंपोर्टेंट सवाल है जे। तो दूसरा इंपोर्टेंट सवाल जनरल सवाल होंगे, फियांसे की करते उत्थे, किस नाल गए, उन्होंने ग्रीन कार्ड किस नाल मिला, लड़कियां लड़के, सारा कुछ सब कुछ पूछा जाएगा। लेकिन आखिर तो एक इंपोर्टेंट सवाल होना है कि तुहानूं असीं वीज़ा दिंदे आ, तुसीं जाके मंगनी करते हो, ਤੇ ਤੁਸੀਂ ਸ਼ਾਦੀ ਦਾ ਤੁਹਾਡਾ ਕੀ ਪਲਾਨ ਹੈ। ਹੁਣ ਇਹ ਸਵਾਲ ਕਿਉਂ ਹੋ ਰਿਹਾ? ਕਿਉਂਕਿ ਫਿਆਂਸੇ ਵੀਜ਼ਾ ਜਦੋਂ ਮਿਲਦਾ ਇਹ ਪਹਿਲੇ ਨਾਨ ਇਮੀਗ੍ਰੈਂਟ ਵੀਜ਼ਾ ਹੁੰਦਾ ਹੈ। ਇਹਦੇ ਤੇ ਤੁਸੀਂ ਜਾ ਕੇ 3 ਮਹੀਨਿਆਂ ਦੇ ਵਿੱਚ ਸ਼ਾਦੀ ਕਰਨੀ ਹੁੰਦੀ ਹੈ। ਤਾਂ ਫਿਰ ਉਹ ਤੁਹਾਡੇ ਕੋਲ ਪੁੱਛਦੇ ਨੇ ਕਿ ਤੁਹਾਡਾ ਜਦੋਂ ਉੱਥੇ ਪਹੁੰਚ ਕੇ 3 ਮਹੀਨਿਆਂ 'ਚ ਕੀ ਪਲਾਨ ਹੈ, ਕਿਦੋਂ ਸ਼ਾਦੀ ਕਰਨੀ, ਕਿੱਥੇ ਕਰਨੀ, ਕਿੰਨੇ ਬੰਦੇ ਆਣਗੇ, ਕੀ ਤੁਹਾਡੀ ਪਲੈਨਿੰਗ ਹੈ। ਉਹ ਫਿਰ ਤੁਸੀਂ ਉਹਨੂੰ ਦੱਸਣਾ ਹੈ ਕਿ ਵੀ ਮੈਨੂੰ ਅਗਰ ਵੀਜ਼ਾ ਮਿਲਦਾ ਤੇ ਸਾਡਾ ਮਿਸਾਲ ਦੇ ਤੌਰ 'ਤੇ ਜਨਵਰੀ 'ਚ ਤੁਸੀਂ ਜਾ ਰਹੇ ਹੋ ਤੇ 20 ਫਰਵਰੀ ਨੂੰ ਸਾਡਾ ਸ਼ਾਇਦ ਦਾ ਪ੍ਰੋਗਰਾਮ ਹੈ ਜੀ, 5 ਮਾਰਚ ਨੂੰ ਸ਼ਾਇਦ ਦਾ ਪ੍ਰੋਗਰਾਮ ਹੈ, ਇੱਥੇ ਅਸੀਂ ਸ਼ਾਦੀ ਕਰਨੀ ਹੈ, ਡੈਸਟੀਨੇਸ਼ਨ ਵੈਡਿੰਗ ਹੈ, ਕੋਰਟ ਮੈਰਿਜ ਕਰਾਂਗੇ, ਦੋਸਤਾਂ ਨੂੰ ਬੁਲਾਵਾਂਗੇ, ਜੋ ਵੀ ਉਹ ਪਲਾਨ ਉਹਨੂੰ ਦੱਸਣਾ ਹੁੰਦਾ। ਉਹ ਪੁੱਛਦੇ ਨੇ ਕਿ ਤੁਹਾਡਾ ਸ਼ਾਦੀ ਦਾ ਕੀ ਪਲਾਨ ਹੈ। ਇਹ ਉਹ 3 ਮਹੀਨਿਆਂ ਦੀ ਵਜ੍ਹਾ ਨਾਲ ਜ਼ਰੂਰੀ। ਅਗਰ 3 ਮਹੀਨੇ ਤੁਸੀਂ ਸ਼ਾਦੀ ਕਰਨ 'ਚ ਨਾਕਾਮ ਰਹੇ ਤਾਂ ਸਾਰਾ ਕੰਮ ਹੀ ਖਰਾਬ ਹੋ ਗਿਆ। ਤੇ 3 ਮਹੀਨਿਆਂ 'ਚ ਲਾਜ਼ਮੀ ਸ਼ਾਦੀ ਕਰਨੀ ਹੁੰਦੀ। ਇਹ ਤੁਹਾਨੂੰ ਵੀਜ਼ਾ ਮਿਲ ਗਿਆ, ਤੁਸੀਂ ਅਮਰੀਕਾ ਆ ਗਏ,
3 ਮਹੀਨੇ ਤੁਸੀਂ ਸ਼ਾਦੀ ਕਰੋਗੇ, ਫਿਰ ਤੁਸੀਂ ਐਡਜਸਟਮੈਂਟ ਆਫ ਸਟੇਟਸ ਅਪਲਾਈ ਕਰੋਗੇ, ਯਾਨੀ ਕਿ ਗ੍ਰੀਨ ਕਾਰਡ ਅਪਲਾਈ ਕਰੋਗੇ। ਹੁਣ ਆ ਗਈ ਉਹ ਗੱਲ ਜਿਹੜੀ ਮੈਂ ਸ਼ੁਰੂ 'ਚ ਕਹੀ ਸੀ ਕਿ ਇਹਦੇ 'ਚ ਪਟੀਸ਼ਨਰ ਵੀ ਸੇਫ ਹੈ ਔਰ ਇਹਦੇ ਵਿੱਚ ਬੈਨੀਫਿਸ਼ਰੀ ਵੀ ਸੇਫ ਹੈ। ਉਹ ਕਿਸ ਨਾਲ ਸੇਫ ਹੈ ਕਿ ਜਦੋਂ ਤੁਸੀਂ ਇੱਥੇ ਆ ਕੇ ਇਹ ਵਾਲਾ ਗ੍ਰੀਨ ਕਾਰਡ ਅਪਲਾਈ ਕਰੋਗੇ ਤੇ ਤੁਹਾਨੂੰ ਗ੍ਰੀਨ ਕਾਰਡ ਕਿਹੜਾ ਮਿਲਣਾ ਹੈ? 2 ਸਾਲ ਦਾ ਕੰਡੀਸ਼ਨਲ ਗ੍ਰੀਨ ਕਾਰਡ, ਆਰਜ਼ੀ ਗ੍ਰੀਨ ਕਾਰਡ। ਇਹਦੀ ਵਜ੍ਹਾ ਕੀ ਹੁਣ? ਅੱਛਾ, ਸੇਫਟੀ ਕੀ ਹੈ? ਸੇਫਟੀ ਇਹ ਵੇ ਕਿ ਅਗਰ ਜਿਹੜਾ ਬੈਨੀਫਿਸ਼ਰੀ ਆਇਆ ਲੜਕੀ ਜਾਂ ਲੜਕਾ, ਉਹ ਇੱਥੇ ਆਂਦਾ ਮੰਗਣੀ ਤੋਂ ਪਹਿਲੇ ਕੋਈ ਹੋਰ ਹਾਲਾਤ ਹੁੰਦੇ ਨੇ, ਮੰਗਣੀ ਤੋਂ ਬਾਅਦ ਹੋਰ ਹਾਲਾਤ, ਇੱਥੇ ਆ ਕੇ ਹੋਰ ਹਾਲਾਤ, ਅਗਰ ਕੋਈ ਗੜਬੜ ਹੋ ਜਾਂਦੀ ਹੈ ਤੇ ਉਹ ਆਪਣੇ ਆਪ ਨੂੰ ਇਹ ਨਾ ਸਮਝੇ ਯਾਰ ਮੈਂ ਤੇ ਫਸ ਗਈ ਹਾਂ, ਮੈਂ ਫਸ ਗਿਆ। ਉਹ ਸ਼ਾਦੀ ਖਤਮ ਕਰਕੇ ਵਾਪਸ ਜਾ ਸਕਦਾ, ਉੱਥੇ ਗ੍ਰੀਨ ਕਾਰਡ ਸਭ ਕੁਝ ਖਤਮ ਹੋ ਜਾਏਗਾ। ਜਿਹੜਾ ਹੈਗਾ ਪਟੀਸ਼ਨਰ ਜਿਹੜਾ ਪਹਿਲੇ ਹੀ ਇੱਥੇ ਮੌਜੂਦ ਹੈ, ਉਹਨੂੰ ਅਗਰ ਪਤਾ ਲੱਗਦਾ ਹੈ 2 ਸਾਲਾਂ 'ਚ ਕਿ ਯਾਰ ਇਹ ਤੇ ਸਾਰਾ ਗ੍ਰੀਨ ਕਾਰਡ ਦਾ ਚੱਕਰ ਸੀ, ਇਹਦਾ ਮੈਂ ਫਸ ਗਿਆ, ਤੇ ਉਹ ਵੀ ਉੱਥੇ ਡਿਵੋਰਸ ਦੇ ਕੇ ਆਪਣਾ ਸਾਰਾ ਇਮੀਗ੍ਰੇਸ਼ਨ ਸਿਸਟਮ ਸੇਵ ਕਰ ਸਕਦਾ। ਗ੍ਰੀਨ ਕਾਰਡ ਦਾ ਪ੍ਰੋਸੈਸ ਉੱਥੇ ਹੀ ਖਤਮ ਹੋ ਜਾਏਗਾ। ਔਰ ਮੈਂ ਹਮੇਸ਼ਾ ਮਸ਼ਵਰਾ ਦਿੰਦਾ ਜਿਹੜੇ ਅਮਰੀਕਾ 'ਚ ਰਹਿੰਦੇ ਨੇ, ਅਗਰ ਤੁਸੀਂ ਆਪ ਸ਼ਾਦੀ ਕਰਨ ਜਾ ਰਹੇ ਹੋ, ਤੁਹਾਡੇ ਬੱਚੇ ਜਾ ਰਹੇ ਨੇ, ਤੁਹਾਡੀ ਬੇਟੀ ਬੇਟੇ ਦੀ ਕਿਸੇ ਦੀ ਵੀ ਤੁਸੀਂ ਸ਼ਾਦੀ ਕਰਨਾ ਚਾਹੁੰਦੇ ਹੋ, ਤੇ ਫਿਆਂਸੇ ਵੀਜ਼ੇ ਦੇ ਵਿੱਚ ਜਾਓ। ਫਿਆਂਸੇ ਵੀਜ਼ੇ ਦਾ ਇਹ ਕਿ ਤੁਹਾਨੂੰ ਇੱਕ ਦੂਜੇ ਨੂੰ ਪਰਖਣ ਦਾ, ਨਾਲ ਰਹਿਣ ਦਾ ਮੌਕਾ ਮਿਲ ਜਾਂਦਾ 2 ਸਾਲ। 2 ਸਾਲ ਤੋਂ ਬਾਅਦ ਫਿਰ ਤੁਸੀਂ ਪਰਮਾਨੈਂਟ ਗ੍ਰੀਨ ਕਾਰਡ ਵੇਵਰ ਅਪਲਾਈ ਕਰਦੇ ਹੋ, ਜਿਹਦੇ ਉੱਤੇ ਫਿਰ ਤੁਹਾਨੂੰ 10 ਸਾਲ ਦਾ ਗ੍ਰੀਨ ਕਾਰਡ ਮਿਲਦਾ ਹੈ। ਇਸ ਵਾਸਤੇ ਇਹਨੂੰ ਕਿਹਾ ਜਾਂਦਾ ਕਿ ਇਹ ਬੜਾ ਸੇਫ ਹੈ ਕਿ 2 ਸਾਲਾਂ 'ਚ ਜੋ ਕੁਝ ਵੀ ਬਾਹਰ ਆਣਾ ਆ ਜਾਏ। ਕਿਉਂਕਿ ਜਿੰਨਾ ਮਰਜ਼ੀ ਬੰਦਾ ਫਰਾਡੀਆ ਹੋਵੇ, ਜਿੰਨਾ ਮਰਜ਼ੀ ਐਕਟਰ ਹੋਵੇ, ਲੜਕੀ ਹੋਵੇ ਜਾਂ ਲੜਕਾ, ਦੋਵੇਂ, ਤਾਂ ਉਹ 2 ਸਾਲ 'ਚ ਐਕਸਪੋਜ਼ ਹੋ ਹੀ ਜਾਂਦੇ ਨੇ। 2 ਸਾਲ ਬਹੁਤ ਜ਼ਿਆਦਾ ਟਾਈਮ ਹੁੰਦਾ ਕਿਸੇ ਨੂੰ ਸਮਝਿਆ, ਤਾਂ ਉਹਨਾਂ ਨੇ ਇਸ ਵੀਜ਼ੇ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਹੈ। ਔਰ ਇਹ ਕੰਡੀਸ਼ਨਲ ਦੀ ਸ਼ਰਤ ਰੱਖੀ। ਕੰਡੀਸ਼ਨਲ ਤੇ ਵੈਸੇ ਤੁਹਾਨੂੰ ਪਤਾ ਹੈ ਕਿ ਅਗਰ ਤੁਸੀਂ ਸ਼ਾਦੀ ਵੀ ਕਰੋ ਔਰ ਤੁਹਾਡੀ ਟਾਈਮ ਅਗਰ 2 ਸਾਲ ਤੋਂ ਘੱਟ ਹੋਇਆ ਹੋਵੇ ਤੇ ਤੁਹਾਨੂੰ ਕੰਡੀਸ਼ਨਲ ਹੀ ਮਿਲਦਾ ਹੈ। ਤੇ ਇਸ ਵਾਸਤੇ ਫਿਆਂਸੇ ਵੀਜ਼ੇ ਨੂੰ ਮੈਂ ਬਹੁਤ ਪਸੰਦ ਕਰਨਾ ਕਿ ਇਹਦੇ 'ਚ ਸੇਫਟੀ ਬਹੁਤ ਹੈ। ਤੇ ਜੇ ਤੁਹਾਡਾ ਸਾਰਾ ਮਾਮਲਾ ਸਿੱਧਾ ਹੋ ਜਾਂਦਾ ਫਿਰ ਤੁਹਾਨੂੰ 10 ਸਾਲ ਦਾ ਗ੍ਰੀਨ ਕਾਰਡ ਮਿਲ ਜਾਂਦਾ ਹੈ। ਔਰ ਸਿਟੀਜ਼ਨ ਨਾਲ ਤੁਸੀਂ ਸ਼ਾਦੀ ਕੀਤੀ ਹੈ ਤੇ 3 ਸਾਲ ਬਾਅਦ ਤੁਸੀਂ ਸਿਟੀਜ਼ਨ ਦੇ ਕੁਆਲੀਫਾਈ ਵੀ ਕਰ ਜਾਂਦੇ ਹੋ। ਅਗਰ ਇਹਦੇ ਮਤਲਬ ਕੋਈ ਸਵਾਲ ਹੋਏਗਾ ਤਾਂ ਪੁੱਛ ਲੈਣਾ। ਚੈਨਲ ਨੂੰ ਪਲੀਜ਼ ਫੋਲੋ ਕਰ ਲੈਣਾ। ਥੈਂਕ ਯੂ ਸੋ ਮਚ।